ਸਭ ਤੋਂ ਪਹਿਲਾਂ ਮੇਰੇ ਪੰਜਾਬੀ ਲੋਕਧਾਰਾ ਪਰਿਵਾਰ ਦੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਬਹੁਤ ਸਾਰਾ ਸਤਿਕਾਰ, ਧੰਨਵਾਦ ਸਾਡੇ ਪ੍ਰਬੰਧਕ ਵੀਰ ਜਿਨ੍ਹਾਂ ਨੇ ਮੈਨੂੰ ਤੁਹਾਡੇ ਅੱਜ ਰੂਬਰੂ ਹੋਣ ਦਾ ਇਹ ਮੌਕਾ ਦਿੱਤਾ। ਮੇਰਾ ਜੋ ਅੱਜ ਦਾ ਵਿਸ਼ਾ ਹੈ ਬੋਲਣ ਦਾ, ਉਹ ਹੈ ਕਿ ਪੰਜਾਬੀ ਦੇ ਵਿੱਚ ਸਾਨੂੰ ਕੀ ਜੋ ਕਠਿਨਾਈਆਂ ਨੇ ਉਹ ਆ ਰਹੀਆਂ ਨੇ। ਮੈਂ ਇੱਕ ਅਧਿਆਪਕ ਹੋਣ ਦੇ ਨਾਤੇ ਜਿੰਨਾ ਕੁ ਮੈਂ ਮਹਿਸੂਸ ਕਰਦੀ ਹਾਂ ਕਿ ਸਾਡੇ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਜਿਹੜੀ ਪੰਜਾਬੀ ਹੈ ਉਹਨੂੰ ਉਹ ਸਹੀ ਤਰ੍ਹਾਂ ਬੋਲ ਨਹੀਂ ਸਕਦੇ ਤੇ ਉਸੇ ਤਰ੍ਹਾਂ ਉਹ ਲਿਖਣ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਨੇ। ਤਾਂ ਮੈਂ ਅੱਜ ਜੋ ਇੱਥੋਂ ਸੁਨੇਹਾ ਦੇਣਾ ਚਾਹੁੰਦੀ ਹਾਂ ਉਹ ਇਹੀ ਹੈ ਕਿ ਪਹਿਲਾਂ ਤਾਂ ਜੋ ਹੁਣ ਦਾ ਸਮਾਂ ਚੱਲ ਰਿਹਾ ਹੈ, ਸਾਨੂੰ ਪਤਾ ਹੈ ਕਿ ਸਾਰੇ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਬੰਦ ਹਾਂ। ਜਿਸ ਤਰ੍ਹਾਂ ਅਸੀਂ ਸਕੂਲ ਦੇ ਵਿੱਚ ਅਧਿਆਪਕ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਅਧਿਆਪਕ ਹੈ ਉਹ ਬੱਚੇ ਦੀ ਮਾਂ ਹੁੰਦੀ ਹੈ। ਤਾਂ ਅਸੀਂ ਕੀ ਕਰਦੇ ਹਾਂ, ਸਾਡੀਆਂ ਮਾਵਾਂ ਕੀ ਕਰਦੀਆਂ ਕਿ ਉਹਨਾਂ ਦੀ ਹੁਣ ਦੇ ਜ਼ਮਾਨੇ ਦੇ ਮੁਤਾਬਕ ਇੱਕ ਇੱਛਾ ਹੁੰਦੀ ਹੈ ਕਿ ਬੱਚਾ ਜਿਹੜਾ ਉਹ ਅੰਗਰੇਜ਼ੀ ਦੇ ਸ਼ਬਦ ਹੈ ਜਿਹੜੇ ਉਹ ਮਤਲਬ ਜ਼ਿਆਦਾ ਬੋਲੇ, ਜ਼ਿਆਦਾ ਸਿੱਖੇ ਤੇ ਪੰਜਾਬੀ ਦੇ ਸ਼ਬਦ ਹੈ ਉਹ ਭਾਵੇਂ ਸਿੱਖਦਾ ਜਾਂ ਨਹੀਂ ਸਿੱਖਦਾ, ਇਹਦੇ ਨਾਲ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ। ਪਰ ਜੋ ਅਸੀਂ ਸਮਝਦੇ ਹਾਂ ਕਿ ਜਿੰਨਾ ਚਿਰ ਸਾਡਾ ਆਪਦੀ ਮਾਤ ਭਾਸ਼ਾ ਤੇ ਅਸੀਂ ਆਪਦੀ ਪਰਪੱਕ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕੋਈ ਹੋਰ ਭਾਸ਼ਾ ਨੂੰ ਸਿੱਖ ਨਹੀਂ ਸਕਦੇ। ਸਾਡੀ ਮਾਤ ਭਾਸ਼ਾ ਪੰਜਾਬੀ ਬੜੀ ਅਮੀਰ ਭਾਸ਼ਾ ਹੈ। ਭਾਸ਼ਾਵਾਂ ਹੋਰ ਵੀ ਸਿੱਖਣੀਆਂ ਜ਼ਰੂਰੀ ਨੇ, ਪਰ ਇਹ ਹੈ ਕਿ ਅਸੀਂ ਆਪਦੀ ਮਾਤ ਭਾਸ਼ਾ ਤੋਂ ਦੂਰ ਨਾ ਹੋਈਏ। ਮਾਵਾਂ ਦੇ ਲਈ ਇਹੀ ਸਭ ਤੋਂ ਪਹਿਲਾ ਸੁਨੇਹਾ ਹੈ ਕਿ ਪਹਿਲਾਂ ਤਾਂ ਅਸੀਂ ਆਪਣੇ ਬੱਚਿਆਂ ਨੂੰ, ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਹੁਣ ਦੇਖ ਰਹੇ ਹੋ ਕਿ ਜੋ ਹੁਣ ਸਮਾਂ ਚੱਲ ਰਿਹਾ ਹੈ ਉਹ ਇੰਟਰਨੈਟ ਤੇ ਬੱਚੇ ਸਾਰਾ ਦਿਨ ਟੀਵੀ ਵੇਖਦੇ ਆ ਜਾਂ ਮੋਬਾਈਲ ਤੇ ਗੇਮਾਂ ਖੇਡਦੇ ਆ। ਤਾਂ ਮੋਬਾਈਲ ਵਾਲੀਆਂ ਜੇ ਅਸੀਂ ਗੇਮਾਂ ਦੀ ਗੱਲ ਕਰੀਏ, ਜਿੱਥੇ ਉਹ ਬੱਚੇ ਇੱਕ ਮਾਨਸਿਕ ਤੌਰ ਤੇ ਇੱਕ ਤਣਾਅ ਦੇ ਵਿੱਚ ਵੀ ਆਉਂਦੇ ਆ, ਤਾਂ ਉਹਦੇ ਨਾਲੋਂ ਕੀ ਹੈ, ਬਿਹਤਰ ਇਹ ਹੈਗਾ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਈਏ, ਬੱਚਿਆਂ ਦੇ ਨਾਲ ਗੱਲਾਂ ਕਰੀਏ ਤਾਂ ਜੋ ਉਹਨਾਂ ਨੂੰ ਨਵੇਂ ਸ਼ਬਦ ਹੈ ਜਿਹੜੇ ਉਹ ਸਿੱਖਣ ਨੂੰ ਮਿਲਣ। ਹੁਣ ਦਾ ਸਮਾਂ ਜਿਹੜਾ ਉਹ ਸਭ ਤੋਂ ਵਧੀਆ ਸਮਾਂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਪੰਜਾਬੀ ਹੈ ਉਹ ਸਿਖਾ ਸਕੀਏ। ਖਾਸ ਕਰ ਮੈਂ ਵੇਖਦੀ ਹਾਂ ਕਨਵੈਂਟ ਸਕੂਲਾਂ ਦੇ ਬੱਚੇ, ਜਦੋਂ ਅਸੀਂ ਰਿਸ਼ਤੇਦਾਰੀ 'ਚੋਂ ਵੀ ਕੋਈ ਫੋਨ ਆ ਜੇ ਤਾਂ ਅਸੀਂ ਕਹੀਦਾ ਬੇਟਾ ਫੋਨ ਨੰਬਰ ਲਿਖ, ਤਾਂ ਜਦੋਂ ਅਸੀਂ ਬੋਲਦੇ ਹਾਂ ਕਿ 94 635 ਤਾਂ ਅੱਗੋਂ ਬੱਚੇ ਦਾ ਜਵਾਬ ਹੁੰਦਾ ਹੈ ਕਿ ਨਹੀਂ ਆਂਟੀ ਤੁਸੀਂ ਇੱਦਾਂ ਨਹੀਂ, ਤੁਸੀਂ 94 ਇੰਗਲਿਸ਼ ਦੇ ਵਿੱਚ ਦੱਸੋ। ਤਾਂ ਉਦੋਂ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਕੁ ਨਹੀਂ ਸਿਖਾ ਸਕੇ ਕਿ ਉਹ ਆਪਦੀ ਮਾਤ ਭਾਸ਼ਾ ਦੇ ਵਿੱਚ ਨਹੀਂ ਸਮਝ ਸਕਦੇ, ਤਾਂ ਸਾਨੂੰ ਹੋਰ ਭਾਸ਼ਾ ਦਾ ਸਹਾਰਾ ਲੈਣਾ ਪੈਂਦਾ। ਤਾਂ ਇਸ ਕਰਕੇ ਮੈਂ ਇੱਥੇ ਇਹ ਜ਼ਰੂਰੀ ਸਮਝਦੀ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਆਪਦੀ ਜਿਹੜੀ ਮਾਂ ਬੋਲੀ ਹੈ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ। ਮਾਂ ਬੋਲੀ ਤੇ ਅਸੀਂ ਜਿੰਨਾ ਵੀ ਧਿਆਨ ਦੇਵਾਂਗੇ ਸਾਡਾ ਬੱਚਾ ਓਨਾ ਹੀ ਵਧੀਆ ਹੋਵੇਗਾ, ਓਨਾ ਹੀ ਉਹ ਹੋਰ ਭਾਸ਼ਾਵਾਂ ਨੂੰ ਸਿੱਖ ਸਕੇਗਾ। ਤੇ ਇਸ ਤਰ੍ਹਾਂ ਜਦੋਂ ਅਸੀਂ ਮਾਂ ਬੋਲੀ ਦੇ ਨਾਲ ਸੰਬੰਧਿਤ ਅਸੀਂ ਖੇਡਾਂ ਦੀ ਗੱਲ ਕਰੀਏ ਤਾਂ ਸਾਡੇ ਕੋਲੇ ਬਹੁਤ ਸਾਰੀਆਂ ਜਿਹੜੀਆਂ ਆਹ ਮੋਬਾਈਲ ਤੇ ਬੱਚੇ ਗੇਮਾਂ ਖੇਡਦੇ ਆ, ਇਹਦਾ ਸਾਡੇ ਕੋਲੇ ਹੋਰ ਵੀ ਇਲਾਜ ਹੈਗਾ ਕਿ ਅਸੀਂ ਬੱਚਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਲੋਕ ਖੇਡਾਂ ਨੇ ਉਹ ਨਹੀਂ ਸਿਖਾ ਰਹੇ।
ਜੇ ਪਹਿਲਾਂ ਹੁਣ ਸਾਡੇ ਬੱਚੇ ਕੀ ਹੁੰਦਾ ਸੀ ਕਿ ਜਦੋਂ ਵੀ ਵਿਹਲੇ ਹੁੰਦੇ ਤਾਂ ਆਪਸ ਦੇ ਵਿੱਚ ਉਹ ਗੱਲਾਂ ਕਰਦੇ, ਤਾਂ ਨਾਲ ਜੇ ਘਰੇ ਬੈਠੇ ਆ ਤਾਂ ਇੰਗਣ ਬਿੰਗਣ ਤਲੀ ਤਲਿੰਗਣ ਖੇਡਦੇ, ਕੁੜੀਆਂ ਆ ਤਾਂ ਉਹ ਕਿੱਕਲੀ ਪਾਉਂਦੀਆਂ, ਬੱਚੇ ਇੱਕ ਗਲੀ 'ਚ ਇਕੱਠੇ ਹੁੰਦੇ ਤਾਂ ਭੰਡਾ ਭੰਡਾਰੀਆ ਖੇਡਦੇ। ਮਤਲਬ ਘਰ ਦੇ ਵਿੱਚ ਵੀ ਇਹੋ ਜਿਹੀਆਂ ਖੇਡਾਂ ਆਮ ਚੱਲਦੀਆਂ ਸੀ। ਹੁਣ ਤੁਸੀਂ ਦੇਖੋ ਕਿ ਸਾਡੇ ਮੈਂ ਜੋ ਵੇਖਦੀ ਹਾਂ ਕਿ ਸਿਲੇਬਸ ਦੇ ਵਿੱਚ ਇਹ ਖੇਡਾਂ ਜਿਹੜੀਆਂ ਉਹ ਕੀਤੀਆਂ ਹੋਈਆਂ, ਪਾਠ ਨੇ ਬਕਾਇਦਾ ਲੋਕ ਖੇਡਾਂ ਦੇ। ਤੇ ਈਵਨ ਕਿ ਜੇ ਦੇਖੀਏ ਅਸੀਂ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ BA ਵਾਲੇ ਬੱਚੇ ਆ, ਉਹਨਾਂ ਨੂੰ ਜਾ ਕੇ ਊੜਾ ਆੜਾ ਲਿਖਣਾ ਆਉਂਦਾ ਸਿਲੇਬਸ ਦੇ ਵਿੱਚ। ਕਿਉਂ ਆਉਂਦਾ? ਕਿਉਂਕਿ ਸਾਡੇ ਬੱਚੇ ਭੁੱਲ ਚੁੱਕੇ ਆ ਇਹ ਚੀਜ਼ਾਂ ਨੂੰ, ਤਾਂ ਅਸੀਂ ਉੱਥੇ ਲੋੜ ਮਹਿਸੂਸ ਹੁੰਦੀ ਹੈ ਕਿ ਇਹ ਬੱਚਿਆਂ ਨੂੰ ਤਾਂ ਇਹ ਖੇਡਾਂ ਦੇ ਬਾਰੇ ਪਤਾ ਹੀ ਨਹੀਂ। ਤਾਂ ਜਿੱਥੋਂ ਤੱਕ ਮੇਰਾ ਇਹ ਕਹਿਣ ਦਾ ਸਵਾਲ ਹੈ ਕਿ ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਨੇ ਤੇ ਉਹਨਾਂ ਨੂੰ ਜ਼ਰੂਰ ਇਹ ਚਾਹੀਦਾ ਹੈ, ਕਿਉਂਕਿ ਅਸੀਂ ਜਿਸ ਦੌਰ ਚੋਂ ਆਏ ਹਾਂ ਸਾਨੂੰ ਉਹ ਲੋਕ ਖੇਡਾਂ ਸਾਰੀਆਂ ਪਤਾ ਹੈ। ਜਿੱਥੇ ਇਹ ਲੋਕ ਖੇਡਾਂ ਸਾਡਾ ਜਿਹੜਾ ਮਾਨਸਿਕ ਤਣਾਅ ਆ ਉਹ ਘੱਟ ਕਰਦੀਆਂ, ਉੱਥੇ ਅਸੀਂ ਸਰੀਰਕ ਤੌਰ ਤੇ ਵੀ ਸਾਡੇ ਬੱਚੇ ਇਹਨਾਂ ਨੂੰ ਖੇਡ ਕੇ ਤੰਦਰੁਸਤ ਰਹਿੰਦੇ ਆ। ਤਾਂ ਸਾਨੂੰ ਬੱਚਿਆਂ ਨੂੰ ਇਹੋ ਜਿਹੀਆਂ ਖੇਡਾਂ ਜਿਹੜੀਆਂ ਉਹ ਸਿਖਾਉਣੀਆਂ ਚਾਹੀਦੀਆਂ। ਇਸੇ ਤਰ੍ਹਾਂ ਅਸੀਂ ਘਰ ਦੇ ਵਿੱਚ ਜਿਹੜੇ ਬਹੁਤ ਸਾਰੇ ਹੁਣ ਸ਼ਬਦ ਹੈ ਉਹ ਸਿਖਾ ਸਕਦੇ ਹਾਂ, ਜਿਵੇਂ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਜਿਹੜਾ ਗੁਜ਼ਾਰਨ ਦਾ ਉਹ ਹੁਣ ਵਕਤ ਹੈ। ਤਾਂ ਇੱਥੇ ਹੋਰ ਨਹੀਂ ਤਾਂ ਮੇਰੀਆਂ ਭੈਣਾਂ ਰਸੋਈ ਦੇ ਭਾਂਡਿਆਂ ਬਾਰੇ ਹੀ ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਕੌਲੀ ਹੈ ਕਿ ਬਾਟੀ ਹੈ। ਤਾਂ ਮੈਂ ਸਮਝਦੀ ਹਾਂ ਕਿ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਹੀ ਅਸੀਂ ਬੱਚਿਆਂ ਨੂੰ ਆਪਦੇ ਵਿਰਸੇ ਦੇ ਨਾਲ ਤੇ ਆਪਦੀ ਭਾਸ਼ਾ ਦੇ ਨਾਲ ਜੋੜ ਕੇ ਰੱਖ ਸਕਦੇ ਹਾਂ। ਮੈਨੂੰ ਜੋ ਵਧੀਆ ਲੱਗਦਾ ਹੈ ਕਿ ਮੈਂ ਜਿੰਨੇ ਵੀ ਪੰਜਾਬੀ ਲਿਖਣ ਵਾਲੇ ਲਿਖਾਰੀ ਨੇ ਸਾਰਿਆਂ ਦਾ ਮੈਂ ਬਹੁਤ ਸਤਿਕਾਰ ਕਰਦੀ ਹਾਂ। ਮੈਨੂੰ ਜਿੱਥੇ ਵੀ ਪੰਜਾਬੀ ਦੀ ਕੋਈ ਵਧੀਆ ਗੱਲ ਲਿਖੀ ਮਿਲ ਜਾਂਦੀ ਹੈ, ਮੈਂ ਉਸ ਨੂੰ ਪੜ੍ਹਨਾ, ਉਸ ਨੂੰ ਗਾਉਣਾ ਬੜਾ ਪਸੰਦ ਕਰਦੀ ਹਾਂ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਦਾ ਲਿਖਿਆ ਹੋਏ ਕੁਝ ਬੋਲੋ, ਪਰ ਜਦੋਂ ਕਿਸੇ ਨੇ ਕੁਝ ਚੰਗਾ ਲਿਖਿਆ ਤਾਂ ਤੁਸੀਂ ਉਸ 'ਤੇ ਵੀ ਗੌਰ ਕਰੋ, ਉਸ ਨੂੰ ਵੀ ਹੋਰ ਲੋਕਾਂ ਤੱਕ ਪਹੁੰਚਾਓ, ਤਾਂ ਜੋ ਮਤਲਬ ਸਾਰਿਆਂ ਦੇ ਵਿੱਚ ਜਿਹੜੀ ਸਾਡੀ ਮਾਤ ਭਾਸ਼ਾ ਹੈ ਉਹਦੇ ਬਾਰੇ ਗਿਆਨ ਹੋਵੇ। ਸਾਡੀ ਜਿਹੜੀ ਪੰਜਾਬੀ ਬੋਲੀ ਹੈ ਉਹ ਤਾਂ ਹੈ ਹੀ ਬੜੀ ਅਮੀਰ, ਕਿਉਂਕਿ ਕੁਝ ਸ਼ਬਦ ਨੇ ਜੋ ਅਸੀਂ ਬੋਲਣਾ ਛੱਡ ਜਾਂਦੇ ਹਾਂ। ਜਦੋਂ ਅਸੀਂ ਉਹਨਾਂ ਨੂੰ ਬੋਲਣਾ ਛੱਡ ਜਾਂਦੇ ਹਾਂ ਤਾਂ ਕੁਦਰਤੀ ਹੀ ਹੈ ਕਿ ਬੱਚਾ ਉਹ ਭੁੱਲ ਜਾਂਦਾ ਹੈ। ਜਿਵੇਂ ਇੱਕ ਦਿਨ ਕੀ ਹੋਇਆ ਕਿ ਇੱਕ ਛੋਟੇ ਬੱਚੇ ਨੂੰ, ਸਾਡੇ ਰਿਸ਼ਤੇਦਾਰੀ 'ਚੋਂ ਹੀ ਹੈ, ਮੈਂ ਉਹਨੂੰ ਪੁੱਛਿਆ ਕਿ ਦੱਸੀ ਤੱਤਾ ਕੀ ਹੁੰਦਾ ਹੈ? ਕਹਿੰਦਾ ਪੰਜਾਬੀ ਵਾਲਾ ਅੱਖਰ ਹੁੰਦਾ ਤੱਤਾ। ਤੇ ਮੈਨੂੰ ਬੜੀ ਹਾਸੀ ਆਈ। ਮੈਂ ਕਿਹਾ ਵੀ ਬੇਟਾ ਇਹ ਨਹੀਂ ਹੁੰਦਾ, ਤੱਤਾ ਜਿਹੜਾ ਪੰਜਾਬੀ ਦੇ ਵਿੱਚ ਹੁੰਦਾ ਨਾ ਉਹ ਗਰਮ ਨੂੰ ਕਹਿੰਦੇ ਆ। ਜਦੋਂ ਅਸੀਂ ਦੱਸਣਾ ਹੋਵੇ ਇਹ ਚੀਜ਼ ਗਰਮ ਹੈ, ਉਹਨੂੰ ਅਸੀਂ ਮਤਲਬ ਤੱਤੀ ਵੀ ਆਖਦੇ, ਇਹ ਤੱਤੀ ਹੈ, ਇਹ ਤੱਤਾ ਹੈ। ਕਹਿੰਦਾ ਅੱਛਾ। ਮਤਲਬ ਇਸ ਤਰ੍ਹਾਂ ਕਰਕੇ ਅਸੀਂ ਇਹ ਸ਼ਬਦ ਜਿਹੜੇ ਬੋਲਣੇ ਛੱਡ ਜਾਂਦੇ ਆ ਉਹ ਹੌਲੀ ਹੌਲੀ ਬੱਚਿਆਂ ਤੋਂ ਵਿਸਰ ਜਾਂਦੇ ਆ ਤੇ ਬੱਚੇ ਉਹਨਾਂ ਨੂੰ ਭੁੱਲ ਹੀ ਜਾਂਦੇ ਆ ਕਿ ਇਹ ਵੀ ਕੋਈ ਸ਼ਬਦ ਹੈ। ਇਸ ਤਰ੍ਹਾਂ ਕਰਕੇ ਸਾਨੂੰ ਜਿਹੜੀ ਸ਼ਬਦਾਂ ਦੀ ਅਮੀਰੀ ਹੈ ਸਾਡੀ, ਉਹ ਮੈਂ ਖਾਸ ਕਰ ਬੱਚਿਆਂ ਦੇ ਮਾਪਿਆਂ ਨੂੰ ਇਹ ਕਹਿੰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਜਿਹੜੀ ਉਹ ਪੰਜਾਬੀ ਬੋਲੋ, ਫਿਰ ਹੀ ਉਹ ਹੋਰ ਭਾਸ਼ਾਵਾਂ ਦਾ ਜਿਹੜਾ ਉਹ ਗਿਆਨ ਆ ਉਹ ਹਾਸਲ ਕਰ ਸਕਣਗੇ। ਤਾਂ ਕੁਝ ਕੁ ਸਾਡੇ ਗੀਤ ਹੈ, ਕਵਿਤਾਵਾਂ, ਉਹਨਾਂ ਦੇ ਵਿੱਚ ਬੜੇ ਸੋਹਣੇ ਸ਼ਬਦਾਂ ਦਾ ਜ਼ਿਕਰ ਮਿਲਦਾ, ਤਾਂ ਉਹ ਸਾਨੂੰ ਜੇ ਅਸੀਂ ਆਪ ਪੜ੍ਹਾਂਗੇ ਫਿਰ ਹੀ ਸਾਡੇ ਬੱਚੇ ਪੜ੍ਹਨਗੇ। ਤਾਂ ਇੱਕ ਸੋਹਣੀ ਜਿਹੀ ਕਵਿਤਾ ਹੈ ਜਿਹਦਾ ਕੁਝ ਹਿੱਸਾ ਮੈਂ ਤੁਹਾਡੇ ਨਾਲ ਗਾ ਕੇ ਸਾਂਝਾ ਕਰਦੀ ਹਾਂ, ਜਿਹਦੀ ਸ਼ਬਦਾਵਲੀ ਤੁਹਾਨੂੰ ਵਾਕਈ ਲੱਗੂਗਾ ਕਿ ਰਸ ਦਿੰਦੀ ਹੈ। ਚਾਟੀ ਦੀ ਲੱਸੀ ਤੇ ਅੱਜ ਮੱਖਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ ਪੰਜਾਬ ਦੁਬਾਰਾ ਤੱਕਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ ਪੰਜਾਬ ਦੁਬਾਰਾ
ਤੱਕਣ ਨੂੰ ਜੀ ਕਰਦਾ ਏ, ਜੀ ਕਰਦਾ ਮੈਂ ਪੱਤਾ ਲੈ ਕੇ ਫਿਰ ਤੋਂ ਜਾਵਾਂ ਖੇਤਾਂ ਨੂੰ, ਗਿੱਲੀ ਵੱਟ ਤੇ ਬੋਝ ਪੱਬ ਰੱਖਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ ਹੋ ਪਹਿਲਾਂ ਵਰਗਾ ਪੰਜਾਬ ਦੁਬਾਰਾ ਤੱਕਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ। मेरी आवाज आ रही है? ਬੂਰੀਆਂ ਕਾਲੀਆਂ 5-7 ਮੱਝੀਆਂ ਬੱਜੀਆਂ ਹੋਵਣ ਖੁਰਲੀ ਤੇ, ਤਾਰਾਂ ਕੱਢਾਂ ਗੋਹਾ ਚੁੱਕ ਕੇ ਪੱਥਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ ਹੋ ਪਹਿਲਾਂ ਵਰਗਾ ਪੰਜਾਬ ਦੁਬਾਰਾ ਤੱਕਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ। ਦਿਓਰ ਮੇਰੇ ਦਾ ਵਿਆਹ ਜੇ ਹੋਵੇ ਕੋੜੀਆਂ ਗਾਉਂਦੀ ਥੱਕਾ ਨਾਲ, ਨੱਚ ਨੱਚ ਕੇ ਕੱਚਾ ਵੇੜਾ ਪੱਟਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ ਹੋ ਪਹਿਲਾਂ ਵਰਗਾ ਪੰਜਾਬ ਦੁਬਾਰਾ ਤੱਕਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ। ਵਿੱਚ ਤੰਦੂਰੇ ਰੋਟੀ ਲਾਈਏ ਇਕੱਠੀਆਂ ਹੋ ਕੇ ਸਖੀਆਂ ਸਭ, ਵਿੱਚ ਤੰਦੂਰੇ ਰੋਟੀ ਲਾਈਏ ਇਕੱਠੀਆਂ ਹੋ ਕੇ ਸਖੀਆਂ ਸਭ, ਮਾਂ ਦੀ ਦਾਲ ਪੜੋਲੀ ਰਿੰਨ ਕੇ ਚੱਖਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ ਪੰਜਾਬ ਦੁਬਾਰਾ ਤੱਕਣ ਨੂੰ ਜੀ ਕਰਦਾ ਏ, ਪਹਿਲਾਂ ਵਰਗਾ ਪਹਿਲਾਂ ਵਰਗਾ। ਸੋ ਇਸ ਤਰ੍ਹਾਂ ਜਿਵੇਂ ਇਹ ਕਵਿਤਾ ਦੇ ਬੋਲ ਨੇ, ਤਾਂ ਅਸੀਂ ਵੇਖਦੇ ਹਾਂ ਇਹਦੇ ਵਿੱਚ ਕਿੰਨੇ ਵੀ ਇਹੋ ਜਿਹੇ ਸ਼ਬਦ ਨੇ ਜਿਹੜੇ ਕਿ ਸਾਡੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦੇ। ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਇਹੋ ਜਿਹੇ ਸ਼ਬਦ ਆ ਜਿਹੜੇ ਉਹ ਨਾਲ ਨਾਲ ਦੱਸਦੇ ਰਹੀਏ, ਤਾਂ ਕਿ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਹੋਰ ਵੀ ਵੱਧਦੀ ਜਾਵੇ। ਸਾਡੇ ਸ਼ਬਦਾਂ ਦਾ ਭੰਡਾਰ ਜੋ ਕਵਿਤਾਵਾਂ ਨੇ, ਉਹਨਾਂ ਚੋਂ ਇੱਕ ਕਵਿਤਾ ਤੁਹਾਡੇ ਨਾਲ ਜੋ ਮੈਂ ਰੂਬਰੂ ਕੀਤੀ ਹੈ। ਇਸ ਤੋਂ ਬਾਅਦ ਅਸੀਂ ਜੇ ਗੱਲ ਕਰੀਏ ਪੰਜਾਬੀ ਭਾਸ਼ਾ ਦੀ, ਜੋ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਪੰਜਾਬੀ ਭਾਸ਼ਾ ਦੇ ਨਾਲ ਬੱਚਿਆਂ ਨੂੰ ਕਿਵੇਂ ਜੋੜਿਆ ਜਾਵੇ, ਤਾਂ ਮਾਂ-ਬਾਪ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਜ਼ੁਰਗ ਹੁੰਦੇ ਨੇ। ਪਹਿਲਾਂ ਵਾਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜਿਉਂ ਹੀ ਸ਼ਾਮ ਹੁੰਦੀ ਤਾਂ ਜਿਹੜੇ ਘਰ ਦੇ ਬੱਚੇ ਸੀਗੇ ਉਹ ਬਜ਼ੁਰਗਾਂ ਦੇ ਦੁਆਲੇ ਹੋ ਕੇ ਬੈਠ ਜਾਂਦੇ, ਉਹਨਾਂ ਤੋਂ ਬਾਤਾਂ ਸੁਣਦੇ, ਕਹਾਣੀਆਂ ਸੁਣਦੇ। ਉਹਨਾਂ ਬਾਤਾਂ ਕਹਾਣੀਆਂ ਦੇ ਵਿੱਚ ਵੀ ਬਹੁਤ ਕੁਛ ਹੁੰਦਾ ਸੀ। ਦੇਖੋ, ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਦਾਦਾ ਦਾਦੀ ਤੋਂ ਜਦੋਂ ਅਸੀਂ ਕਹਾਣੀਆਂ ਸੁਣਦੇ ਤਾਂ ਉਹਨਾਂ ਦੇ ਵਿੱਚੋਂ ਸਾਨੂੰ ਬੜੀਆਂ ਵੀਰਤਾ ਵਾਲੀਆਂ ਕਹਾਣੀਆਂ ਹੁੰਦੀਆਂ, ਉਹਦੇ ਵਿੱਚ ਨੈਤਿਕ ਸਿੱਖਿਆ ਵੀ ਹੁੰਦੀ। ਤਾਂ ਇਸ ਤਰ੍ਹਾਂ ਕੀ ਸੀ ਕਿ ਬੱਚੇ ਸਹਿਜੇ ਸਹਿਜੇ ਹੀ ਉਹ ਗੱਲਾਂ ਨੂੰ ਮੰਨ ਜਾਂਦੇ, ਕਿਉਂਕਿ ਉਹਨਾਂ ਨੂੰ ਕਹਾਣੀ ਦੇ ਇੱਕ ਬਾਤ ਦੇ ਰੂਪ ਦੇ ਵਿੱਚ ਉਹਨਾਂ ਨੂੰ ਉਹ ਸੁਣਾਈ ਜਾਂਦੀ। ਫਿਰ ਬੁਝਾਰਤਾਂ ਬਜ਼ੁਰਗ ਪਾਉਂਦੇ ਤਾਂ ਫਿਰ ਜਦੋਂ ਬੁਝਾਰਤਾਂ ਬਜ਼ੁਰਗ ਪਾਉਂਦੇ ਤਾਂ ਉਹਨਾਂ ਦੇ
ਨਾਲ ਵੀ ਬੱਚਿਆਂ ਦਾ ਜਿਹੜਾ ਸ਼ਾਇਦ ਮੇਰੀ ਆਵਾਜ਼ ਹੈ ਜਿਹੜੀ ਉਹ ਆ ਨਹੀਂ ਰਹੀ। ਅੱਜ ਕੁਛ ਲੱਗਦਾ ਹੈ ਨੈਟਵਰਕ ਦੀ ਵੀ ਪ੍ਰੋਬਲਮ ਹੈਗੀ ਆ। ਤਾਂ ਜੇ ਆਵਾਜ਼ ਮੇਰੀ ਠੀਕ ਆ ਰਹੀ ਹੈ ਤਾਂ ਫਿਰ ਹੀ ਆਪਾਂ ਅਗਲੀ ਗੱਲ ਕਰਦੇ ਹਾਂ। ਤਾਂ ਤੁਸੀਂ ਮੈਨੂੰ ਨਾਲ ਦੀ ਨਾਲ ਕਿਰਪਾ ਕਰਕੇ ਦੱਸਦੇ ਜਾਓ ਕਿ ਆਵਾਜ਼ ਆ ਵੀ ਰਹੀ ਹੈ ਜਾਂ ਨਹੀਂ। ਹਾਂ ਠੀਕ ਹੈ ਸਰਬਜੀਤ ਵੀਰ, ਹੁਣ ਆਵਾਜ਼ ਆ ਰਹੀ ਹੈ। ਠੀਕ ਹੈ, ਧੰਨਵਾਦ। ਤਾਂ ਮੈਂ ਹੁਣ ਰਿਸ਼ਤਿਆਂ ਨਾਤਿਆਂ ਦੀ ਗੱਲ ਕਰ ਰਹੀ ਸੀ ਕਿ ਦਾਦਾ ਦਾਦੀ ਸਾਡੇ ਘਰ ਵਿੱਚ ਹੁੰਦੇ ਆ, ਇਸੇ ਤਰ੍ਹਾਂ ਹੀ ਉਹਨਾਂ ਤੋਂ ਬੱਚੇ ਬਹੁਤ ਕੁਝ ਸਿੱਖਦੇ ਆ। ਤੇ ਸਾਡੇ ਪੰਜਾਬੀ ਦੇ ਗੀਤਾਂ ਦੇ ਵਿੱਚ, ਕਵਿਤਾਵਾਂ ਦੇ ਵਿੱਚ ਰਿਸ਼ਤਿਆਂ ਨਾਤਿਆਂ ਦਾ ਵੀ ਇੱਕ ਜਿਹੜਾ ਅਜੀਬ ਮੋਹ ਪਿਆਰ ਹੁੰਦਾ ਹੈ, ਜਿਹਨੂੰ ਕਿ ਅਸੀਂ ਲੋਕ ਗੀਤਾਂ ਦੇ ਬੋਲਾਂ ਦੇ ਰਾਹੀਂ ਸਾਂਝਾ ਕਰਦੇ ਹਾਂ। ਤਾਂ ਇੱਕ ਲੋਕ ਗੀਤ ਮੈਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੀ ਹਾਂ। ਉੱਡਦਾ ਤੇ ਜਾਵੀਂ ਕਾਵਾਂ, ਵੈਂਦੜਾ ਜਾਵੀਂ ਵੇ, ਵੈਂਦੜਾ ਜਾਵੀਂ ਮੇਰੇ ਪੇਕੜੇ, ਉੱਡਦਾ ਤਾਂ ਜਾਵੀਂ ਕਾਵਾਂ, ਇੱਕ ਨਾ ਦੱਸੀ ਅੜਿਆ ਮਾਂ ਮੇਰੀ ਨੂੰ, ਇੱਕ ਨਾ ਦੱਸੀ ਅੜਿਆ ਮਾਂ ਮੇਰੀ ਨੂੰ, ਰੋਊਗੀ ਮੇਰੀਆਂ ਗੁੱਡੀਆਂ ਫਰੋੜ ਕੇ ਮੈਂ ਵਾਰੀ ਜਾਵਾਂ, ਰੋਊਗੀ ਮੇਰੀਆਂ ਗੁੱਡੀਆਂ ਫਰੋੜ ਕੇ, ਉੱਡਦਾ ਤੇ ਜਾਵੀਂ ਕਾਵਾਂ, ਇੱਕ ਨਾ ਦੱਸੀ ਮੇਰੇ ਬਾਬਲ ਰਾਜੇ ਨੂੰ, ਇੱਕ ਨਾ ਦੱਸੀ ਮੇਰੇ ਬਾਬਲ ਰਾਜੇ ਨੂੰ, ਰੋਵੇਗਾ ਭਰੀ ਕਚਹਿਰੀ ਛੋੜ ਕੇ ਮੈਂ ਵਾਰੀ ਜਾਵਾਂ, ਰੋਵੇਗਾ ਭਰੀ ਕਚਹਿਰੀ ਛੋੜ ਕੇ, ਉੱਡਦਾ ਤੇ ਜਾਵੀਂ ਕਾਵਾਂ, ਵੈਂਦੜਾ ਜਾਵੀਂ ਵੇ, ਵੈਂਦੜਾ ਜਾਵੀਂ ਮੇਰੇ ਪੇਕੜੇ, ਉੱਡਦਾ ਤੇ ਜਾਵੀਂ ਕਾਵਾਂ, ਇੱਕ ਨਾ ਦੱਸੀ ਮੇਰੇ ਵੀਰ ਰਾਜੇ ਨੂੰ, ਇੱਕ ਨਾ ਦੱਸੀ ਮੇਰੇ ਵੀਰ ਰਾਜੇ ਨੂੰ, ਆਵੇਗਾ ਨੀਲਾ ਘੋੜਾ ਪੀੜ ਕੇ ਮੈਂ ਵਾਰੀ ਜਾਵਾਂ, ਆਵੇਗਾ ਨੀਲਾ ਘੋੜਾ ਪੀੜ ਕੇ, ਉੱਡਦਾ ਤੇ ਜਾਵੀਂ ਕਾਵਾਂ, ਵੈਂਦੜਾ ਜਾਵੀਂ ਵੇ, ਵੈਂਦੜਾ ਜਾਵੀਂ ਮੇਰੇ ਪੇਕੜੇ, ਉੱਡਦਾ ਤੇ ਜਾਵੀਂ ਕਾਵਾਂ। ਇਸ ਤਰ੍ਹਾਂ
ਤੁਸੀਂ ਸੁਣਿਆ ਕਿ ਸਾਡੇ ਲੋਕ ਗੀਤਾਂ ਦੇ ਵਿੱਚ ਕਿੰਨਾ ਰਸ ਹੁੰਦਾ ਹੈ, ਕਿੰਨੀ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਦੂਜੇ ਲਈ ਖਿੱਚ ਹੁੰਦੀ ਆ। ਸਾਡੇ ਭੈਣ ਭਰਾ, ਜਿਸ ਤਰ੍ਹਾਂ ਸਾਡਾ ਲੋਕਧਾਰਾ ਪਰਿਵਾਰ ਹੈ, ਅਸੀਂ ਸਾਰਿਆਂ ਦਾ ਇੱਕ ਦੂਜੇ ਨਾਲ ਸਾਡਾ ਬਹੁਤ ਜ਼ਿਆਦਾ ਜਿਹੜਾ ਮੋਹ ਪਿਆਰ ਹੈ, ਆਪਣੱਤ ਹੈ। ਤਾਂ ਇਸ ਤਰ੍ਹਾਂ ਸਾਡੇ ਪੰਜਾਬੀ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਗੀਤ ਨੇ, ਸਿੱਠਣੀ ਹੈ, ਸੁਹਾਗ ਹੈ, ਉਹਨਾਂ ਦੇ ਵਿੱਚ ਵੀ ਅੰਤਾਂ ਦਾ ਮੋਹ ਪਿਆਰ ਹੈ ਜਿਹੜਾ ਉਹ ਭਰਿਆ ਹੋਇਆ। ਆਪਣੀ ਗੱਲ ਨੂੰ ਮੈਂ ਅੱਗੇ ਤੋਰਦੇ ਹੋਏ ਕਿ ਕੁਛ ਜਿਹੜੀਆਂ ਪੰਜਾਬੀ ਦੇ ਵਿੱਚ ਕਹਾਵਤਾਂ ਜਾਂ ਗੱਲਾਂ ਬਾਤਾਂ ਜਿਹੜੀਆਂ ਕਿ ਹਰ ਪੰਜਾਬੀ ਨੂੰ ਇੱਕ ਹਲੂਣਾ ਵੀ ਦਿੰਦੀਆਂ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਸਾਡਾ ਇੰਨਾ ਕੁ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਲਈ ਜੋ ਜਿੰਨਾ ਵੀ ਕਰ ਸਕਦੇ ਹਾਂ ਸਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਅਗਰ ਅਸੀਂ ਪੰਜਾਬੀ ਬੋਲੀ 'ਤੇ ਪਹਿਰਾ ਨਹੀਂ ਦੇਵਾਂਗੇ ਤਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਵੀ ਕੌਮ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀ ਹੈ। ਸਾਡੇ ਪ੍ਰੋਫੈਸਰ ਸਾਹਿਬ ਥੋੜ੍ਹੇ ਦਿਨ ਪਹਿਲਾਂ ਲਾਈਵ ਹੋਏ ਸੀ, ਉਹਨਾਂ ਦੀ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਸੀ ਕਿ ਕਿਸੇ ਨੂੰ ਗਾਲ ਆ ਜਿਹੜੀ ਉਹ ਦੇਣੀ ਹੋਵੇ ਤਾਂ ਕਹਿ ਦਿੰਦੇ ਕਿ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ। ਵਾਕਈ ਜਿਹੜੀ ਮਾਂ ਬੋਲੀ ਭੁੱਲ ਜਾਣਾ ਉਹ ਬਹੁਤ ਇੱਕ ਮਾੜੀ ਗੱਲ ਹੈ। ਤਾਂ ਅਸੀਂ ਕਵਿਤਾਵਾਂ ਦੇ ਦੌਰ ਦੇ ਵਿੱਚ ਚੱਲਦੇ ਹੋਏ ਵਿੱਚ ਦੀ ਮੈਂ ਇੱਕ ਤੁਹਾਨੂੰ ਆਪਣਾ ਮਨਪਸੰਦ ਗੀਤ ਜੋ ਅਕਸਰ ਹੀ ਮੈਂ ਲੋਕਧਾਰਾ ਦੇ ਵਿੱਚ ਪਹਿਲਾਂ ਵੀ ਗਾਇਆ ਕਰਦੀ ਹਾਂ, ਮੋਰਾ ਵਾਲਾ, ਜੋ ਮੈਨੂੰ ਬਹੁਤ ਪਸੰਦ ਹੈ, ਤਾਂ ਅੱਜ ਮੈਂ ਉਹ ਤੁਹਾਡੇ ਰੂਬਰੂ ਕਰਾਂਗੀ। ਆਵਾਜ਼ ਜਿੱਥੇ ਕਿ ਨਾ ਆਉਂਦੀ ਹੋਈ ਤਾਂ ਮੈਨੂੰ ਕਿਰਪਾ ਕਰਕੇ ਦੱਸ ਦਿਆ ਕਰੋ। ਤੇ ਮੈਂ ਇੱਧਰ ਗਾਈ ਜਾਂਦੀ ਹਾਂ ਤੇ ਉੱਧਰੋਂ ਫਿਰ ਪਤਾ ਹੀ ਨਹੀਂ ਲੱਗਦਾ ਕਿ ਆਵਾਜ਼ ਆ ਵੀ ਰਹੀ ਹੈ ਤੇ ਜਾਂ ਨਹੀਂ। ਤੇਰਿਆਂ ਖਾਬਾਂ ਦੇ ਵਿੱਚ ਖੋਈ ਸਜਣਾ ਵੇ ਤੇਰੀ ਹੂ ਵੇ ਕਿਉਂ ਤੜਫਾਉਨੇ ਜਾਨ ਨੂੰ, ਕਿਉਂ ਬੈਠਾ ਏ ਦੂਰ, ਕਿਉਂ ਬੈਠਾ ਏ ਦੂਰ। ਮਨੀ ਵੀਰ ਜੀ ਦੇ ਮਨਪਸੰਦ ਦਾ ਗਾਣਾ ਮੋਹਰਨ। ਮੋਹਰਨ ਦੇ ਕਾਰਨ ਨੀ ਮੈਂ ਕੈਂਠਾ ਕਢਾਉਨੀਆਂ, ਮੋਹਰਨ ਦੇ ਕਾਰਨ ਨੀ ਮੈਂ ਕੈਂਠਾ ਕਢਾਉਨੀਆਂ, ਕੈਂਠਾ ਪਹਿਨਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ ਕਿਉਂ ਉੱਡ ਜਾਨੇ ਵੇ ਮੋਰਾ, ਮੋਹਰਾ ਕਿਉਂ ਉੱਡ ਜਾਨੇ ਵੇ ਮੋਰਾ, ਕਿਉਂ ਉੱਡ ਜਾਨੇ ਵੇ ਮੋਰਾ, ਕਿਉਂ ਉੱਡ ਜਾਨੇ ਵੇ ਮੋਰਾ। ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜਾਂ, ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜਾਂ, ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜਾਂ ਨੀ ਮੈਂ ਮੋਹ ਲਈ ਵੇ ਮੋਰਾ,
मोरा तै मैं मोलई वे मोरा तै मैं मोलई वे मोरा मोरन लई नहर किनारे बाग लवानिया मोरन लई नहर किनारे बाग लवानिया बागी घूमण दे वेले कलियां चुमण दे वेले क्यों उड़ जाने वे मोरा मोरा क्यों उड़ जाने वे मोरा क्यों उड़ जाने वे मोरा सोने मुखड़े दे उत्तों वे चन्न दे टुकड़े उत्तों सोने मुखड़े दे उत्तों वे चन्न दे टुकड़े उत्तों सोने मुखड़े दे उत्तों वे चन्न दे टुकड़े उत्तों वे मैं जावां वारी वे मोरा मोरा क्यों उड़ जाने वे मोरा क्यों उड़ जाने वे मोरा मोरन दे कारण नी मैं चीरा रंगोनिया मोरन दे कारण नी मैं चीरा रंगोनिया चीरा बन्नण दे वेले मेरिया मन्नण दे वेले क्यों उड़ जाने वे मोरा मोरा क्यों उड़ जाने वे मोरा क्यों उड़ जाने वे मोरा तेरी तोर शराबी वे तेरी टहर नवाबी तेरी तोर शराबी वे तेरी टोर नवाबी तेरी तोर शराबी वे तेरी टोर नवाबी तेरी तोर शराबी तेरी टोर नवाबी लगदे प्यारा वे मोरा मोरा क्यों उड़ जाने वे मोरा क्यों उड़ जाने वे मोरा। ਇਹ ਮੇਰਾ ਮਨਪਸੰਦ ਗੀਤ ਹੈ। ਤਾਂ ਰਿਸ਼ਤਿਆਂ ਦੇ ਵਿੱਚ ਅਸੀਂ ਜੇਕਰ ਵੇਖੀਏ ਤਾਂ ਪੰਜਾਬੀ ਦੇ ਵਿੱਚ ਸੋਹਣੇ ਸੋਹਣੇ ਸ਼ਬਦ ਸੋਹਣੀਆਂ ਸੋਹਣੀਆਂ ਚੀਜ਼ਾਂ ਦੇ ਨਾਲ ਅਸੀਂ ਜਿਹੜਾ ਤੁਲਨਾ ਕਰਕੇ ਅਸੀਂ ਬੋਲਦੇ ਹਾਂ। ਜਿੱਦਾਂ ਅਸੀਂ ਮੋਰ ਨੂੰ ਅਸੀਂ ਬਹੁਤ ਸੋਹਣਾ ਜਿਹੜਾ ਪੰਛੀ ਮੰਨਦੇ ਹਾਂ, ਤਾਂ ਇਸ ਤਰ੍ਹਾਂ ਕਰਕੇ ਚੰਨ ਮੱਖਣਾ ਲੱਡੂ ਅਸੀਂ ਕਿੰਨੇ ਵੀ ਪਿਆਰ ਦੇ ਜਿਹੜੇ ਸ਼ਬਦ ਹੈ ਉਹ ਆਪਣੇ ਲਈ ਵਰਤਦੇ ਹਾਂ। ਤਾਂ ਇਹ ਸਾਡੀ ਜਿਹੜੀ ਪੰਜਾਬੀ ਮਾਤ ਭਾਸ਼ਾ ਹੈ, ਤਾਂ ਇਹਦੀ ਵਿਲੱਖਣਤਾ ਹੈ ਕਿ ਸਾਡੇ ਕੋਲੇ ਪਿਆਰ ਵਾਸਤੇ, ਸਾਡੇ ਬੱਚਿਆਂ ਵਾਸਤੇ, ਸਾਡੇ ਭੈਣ ਭਰਾਵਾਂ ਵਾਸਤੇ ਕਿੰਨੇ ਹੀ ਪਿਆਰੇ ਸ਼ਬਦ ਹੈ। ਤਾਂ ਸਾਨੂੰ ਚਾਹੀਦਾ, ਸਾਡਾ ਫਰਜ਼ ਬਣਦਾ ਕਿ ਇਹਨਾਂ ਸ਼ਬਦਾਂ ਦੀ ਅਸੀਂ ਸੰਭਾਲ ਕਰੀਏ। ਅਤੇ ਜਿੱਥੋਂ ਤੱਕ ਅਸੀਂ ਜੋ ਇਹ ਸਾਰੀ ਗੱਲ ਸਮਝਦੇ ਹਾਂ, ਤਾਂ ਸਾਨੂੰ ਜ਼ਰੂਰ ਆਪਣੀ ਜਿਹੜੀ ਮਾਤ ਭਾਸ਼ਾ ਹੈ ਉਹਦੇ 'ਤੇ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ। ਵੱਧ ਤੋਂ ਵੱਧ ਦੂਜਿਆਂ ਨਾਲ ਜਿਹੜੀ ਆਪਣੀ ਭਾਸ਼ਾ ਉਹ ਬੋਲਣੀ ਚਾਹੀਦੀ ਹੈ। ਭਾਸ਼ਾਵਾਂ ਹੋਰ ਵੀ ਹੈ,
ਸਿੱਖੋ, ਸਿੱਖਣਾ ਮਾੜੀ ਗੱਲ ਨਹੀਂ, ਪਰ ਕਦੇ ਵੀ ਇਹੋ ਜਿਹਾ ਕੰਮ ਨਾ ਕਰੋ ਜਿੱਥੇ ਤੁਹਾਡੀ ਜਿਹੜੀ ਮਾਤ ਭਾਸ਼ਾ ਹੈ ਉਹਦਾ ਦਰਜਾ ਨੀਵਾਂ ਹੋਵੇ। ਇਸੇ ਲੜੀ ਦੇ ਤਹਿਤ ਇੱਕ ਮੈਂ ਤੁਹਾਡੇ ਨਾਲ ਕੁਛ ਚੰਦ ਲਾਈਨਾਂ ਜੋ ਕੁਛ ਰਾਈਟਰ ਨੇ ਲਿਖੀਆਂ, ਲਿਖਾਰੀ ਨੇ ਬਹੁਤ ਸੋਹਣਾ ਲਿਖਿਆ, ਪਰ ਮੈਨੂੰ ਜੋ ਵੀ ਵਧੀਆ ਲੱਗਦਾ ਮੈਂ ਉਹ ਜ਼ਰੂਰ ਆਪਣੇ ਕੋਲੇ ਸਾਂਭ ਕੇ ਰੱਖਦੀ ਹਾਂ, ਤੁਹਾਡੇ ਨਾਲ ਵੀ ਮੈਂ ਉਹ ਸਾਂਝੀਆਂ ਕਰਦੀ ਹਾਂ। ਭਲਾਂ ਦਸ ਖਾਇਓ ਹੋ ਪੰਜਾਬ ਕਾਦਾ, ਭਲਾਂ ਦਸ ਖਾਇਓ ਹੋ ਪੰਜਾਬ ਕਾਦਾ, ਜਿੱਥੇ ਮਾਂ ਬੋਲੀ ਪੰਜਾਬੀ ਨਾ, ਕੀ ਫਾਇਦਾ ਏ ਉਸ ਮਿਸਰੀ ਦਾ, ਤੇ ਜਿਹੜੀ ਜੀਵ ਤੇ ਰੱਖ ਕੇ ਖਾਦੀ ਨਾ, ਕੀ ਕਰਨਾ ਦੇਸ਼ ਸੁਤੰਤਰ ਨੂੰ, ਕੀ ਕਰਨਾ ਦੇਸ਼ ਸੁਤੰਤਰ ਨੂੰ, ਜਿੱਥੇ ਜੀਵ ਨੂੰ ਮਿਲੀ ਆਜ਼ਾਦੀ ਨਾ, ਤੇ ਉਹਨਾਂ ਜਿੰਦਿਆਂ ਦਾ ਵੀ ਕੀ ਫਾਇਦਾ, ਤੇ ਜਿਨ੍ਹਾਂ ਜਿੰਦਿਆਂ ਦੀ ਕੋਈ ਚਾਬੀ ਨਾ, ਉਸ ਕੌਮ ਦੇ ਭਾਗ ਹੀ ਸੌ ਜਾਂਦੇ, ਉਸ ਕੌਮ ਦੇ ਭਾਗ ਹੀ ਸੌ ਜਾਂਦੇ, ਜਿਹੜੀ ਕੌਮ ਦੀ ਗੈਰਤ ਜਾਗੀ ਨਾ, ਕੀ ਕਰਨਾ ਫੇਰ ਤਰੱਕੀਆਂ ਨੂੰ, ਤੇ ਜੇ ਮਾਂ ਹੀ ਬਚੀ ਤੁਹਾਡੀ ਨਾ, ਧਾਂਸੀ ਵਾਲਿਆਓ ਹੋ ਪੁੱਤ ਕਾਦੇ, ਓ ਧਾਂਸੀ ਵਾਲਿਆਓ ਹੋ ਪੁੱਤ ਕਾਦੇ, ਜਿਹੜੇ ਮਾਂ ਨੂੰ ਆਖਣ ਸਾਡੀ ਨਾ, ਭਲਾਂ ਦਸ ਖਾਇਓ ਹੋ ਪੰਜਾਬ ਕਾਦਾ, ਜਿੱਥੇ ਮਾਂ ਬੋਲੀ ਪੰਜਾਬੀ ਨਾ, ਜਿੱਥੇ ਮਾਂ ਬੋਲੀ ਪੰਜਾਬੀ ਨਾ। ਪੰਜਾਬੀ ਦਾ ਸਤਿਕਾਰ ਕਰਦੇ ਹੋਏ ਸਾਡੇ ਬਹੁਤ ਸਾਰੇ ਸਾਹਿਤਕਾਰ ਬੜਾ ਵਧੀਆ ਲਿਖਦੇ ਨੇ, ਉਹ ਬੜਾ ਚੰਗਾ ਲੱਗਦਾ ਹੈ। ਬਾਬਾ ਨਜ਼ਮੀ ਦੀਆਂ ਮੈਨੂੰ ਹਮੇਸ਼ਾ ਹੀ ਇੱਕ ਗੱਲ ਜਿਹੜੀ ਯਾਦ ਰਹਿੰਦੀ ਹੈ, ਕਹਿੰਦਾ ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾਹ ਘੁੱਟਦਾ ਏ, ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾਹ ਘੁੱਟਦਾ ਏ, ਬਾਬਾ ਨਜ਼ਮੀ ਦੇ ਦੇ ਫਤਵਾ, ਕਹਿੰਦਾ ਉਹ ਗਦਾਰ ਪੰਜਾਬੀ ਨਹੀਂ। ਤਾਂ ਸਾਨੂੰ ਆਪਣੀ ਪੰਜਾਬੀ ਬੋਲੀ 'ਤੇ ਹਮੇਸ਼ਾ ਮਾਣ ਕਰਨਾ ਚਾਹੀਦਾ, ਅਤੇ ਜਿੱਥੇ ਤੱਕ ਹੋ ਸਕੇ ਸਾਨੂੰ ਇਹਦੀ ਸ਼ਬਦਾਵਲੀ, ਨਵੇਂ ਨਵੇਂ ਸ਼ਬਦ ਪੀੜ੍ਹੀ ਦਰ ਪੀੜ੍ਹੀ ਸਾਨੂੰ ਅੱਗੇ ਬੱਚਿਆਂ ਤੱਕ ਲਿਜਾਣੇ ਚਾਹੀਦੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਵਿਆਹਾਂ ਦੇ ਵਿੱਚ ਦੇਖਦੇ ਹਾਂ
ਕਿ ਸੁਹਾਗ ਘੋੜੀਆਂ ਜੋ ਗਾਏ ਜਾਂਦੇ ਨੇ ਤਾਂ ਉਹ ਕੀ ਹੈ, ਉਹ ਪੀੜ੍ਹੀ ਦਰ ਪੀੜ੍ਹੀ ਪਹੁੰਚਾਉਣ ਵਾਲੇ ਉਹਨਾਂ ਨੂੰ ਅਸੀਂ ਹੈ। ਜੇ ਅਸੀਂ ਉਹਨਾਂ ਨੂੰ ਅੱਜ ਗਾਉਣਾ ਛੱਡ ਦੇਵਾਂਗੇ ਤਾਂ ਕੱਲ੍ਹ ਨੂੰ ਸਾਡੇ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਜਿਹੜੇ ਸਾਡੇ ਸੁਹਾਗ ਕੀ ਹੁੰਦੇ ਹੈ, ਕੁੜੀ ਦੇ ਵਿਆਹ 'ਤੇ ਕੀ ਗਾਇਆ ਜਾਂਦਾ ਹੈ, ਮੁੰਡੇ ਦੇ ਵਿਆਹ 'ਤੇ ਕੀ ਗਾਇਆ ਜਾਂਦਾ, ਤਾਂ ਬੱਚੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਹੀ ਭੁੱਲ ਜਾਣਗੇ। ਇਸ ਕਰਕੇ ਜਿਹੜੀਆਂ ਇਹ ਸਾਰੀਆਂ ਜਿਹੜੀਆਂ ਸਾਡੀਆਂ ਵਿਰਾਸਤੀ ਚੀਜ਼ਾਂ ਨੇ, ਇਹਨਾਂ ਨੂੰ ਪੀੜ੍ਹੀ ਦਰ ਪੀੜ੍ਹੀ ਲਿਜਾਣਾ ਜਿਹੜਾ ਉਹ ਸਾਡਾ ਫਰਜ਼ ਹੈ। ਇਸੇ ਤਰ੍ਹਾਂ ਅਸੀਂ ਜੇ ਆਪਣੇ ਸਮਰੱਥਾ ਦੇ ਅਨੁਸਾਰ ਆਪਣੀ ਇਹ ਸੇਵਾ ਸਮਝਦੇ ਹੋਈਏ ਤਾਂ ਅਸੀਂ ਜੋ ਵੀ ਸਾਡਾ ਪੰਜਾਬੀ ਸੱਭਿਆਚਾਰ ਹੈ ਇਸ ਨੂੰ ਅੱਗੇ ਲਿਜਾਈਏ, ਪ੍ਰਫੁੱਲਤ ਕਰੀਏ ਅਤੇ ਅਸੀਂ ਮਾਣ ਮਹਿਸੂਸ ਕਰੀਏ ਕਿ ਅਸੀਂ ਪੰਜਾਬੀ ਹਾਂ। ਅਸੀਂ ਪੰਜਾਬੀ ਹਾਂ, ਰੱਬ 'ਤੇ ਵਿਸ਼ਵਾਸ ਕਰਦੇ ਹਾਂ, ਤਾਈਓ ਸੁੱਖ ਵੇਲੇ ਸ਼ੁਕਰਾਨਾ ਅਤੇ ਦੁੱਖ ਵੇਲੇ ਅਰਦਾਸ ਕਰਦੇ ਹਾਂ। ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਰਜਾ ਲੈਂਦੀ ਹਾਂ ਅਤੇ ਮੈਨੂੰ ਲੱਗਦਾ ਹੈ ਹੁਣ ਸਮਾਂ ਵੀ ਕਾਫੀ ਹੋ ਗਿਆ ਹੈ ਅਤੇ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਾਰੇ ਲੋਕਧਾਰਾ ਪਰਿਵਾਰ ਦੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਕੁਛ ਸਮੱਸਿਆ ਸੀ ਆਪਣੀ ਇੰਟਰਨੈੱਟ ਦੀ, ਚਲੋ ਫਿਰ ਵੀ ਜਿੰਨੀ ਕੁ ਆਪਣੀ ਗੱਲਬਾਤ ਹੋ ਸਕੀ ਬਹੁਤ ਵਧੀਆ ਲੱਗਿਆ। ਸਾਰਿਆਂ ਨੇ ਸਮਾਂ ਕੱਢ ਕੇ ਮੈਨੂੰ ਸੁਣਿਆ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਤਿਕਾਰ ਮੇਰੇ ਸਾਰੇ ਭੈਣ ਭਰਾਵਾਂ ਦਾ, ਜਿੰਨੇ ਵੀ ਤੁਸੀਂ ਹਾਜ਼ਰ ਹੋਏ ਹੋ। ਧੰਨਵਾਦ।